ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੇ ਕਈ ਲਿਖਤਾਂ ਵਿੱਚ ਸੁੰਦਰਤਾ ਦਾ ਬਹੁਤ ਸੋਹਣਾ ਬਿਆਨ ਕੀਤਾ ਹੈ। ਕੁਦਰਤ ਦੇ ਜ਼ਰੇ ਜ਼ਰੇ ਵਿੱਚ ਸੁੰਦਰਤਾ ਕਈ ਥਾਈਂ ਆਪਣਾ ਝਲਕਾ ਮਾਰਦੀ ਹੈ ਤੇ ਇਹ ਜੀਵ ਨੂੰ ਸੋਚ ਮੰਡਲ ਤੋਂ ਕੱਢ ਕੇ ਕਿਸੇ ਦੂਸਰੇ ਮੰਡਲ ਦਾ ਝਾਕਾ ਦਰਸਾਉਂਦੀ ਹੈ, ਦਰਸ਼ਨ ਕਰਾਉਂਦੀ ਹੈ ਦੂਸਰੇ ਮੰਡਲ ਦਾ। ਸੋ ਅੱਜ ਦੀ ਭਾਈ ਸਾਹਿਬ ਜੀ ਦੀ ਲਿਖਤ ਵਿੱਚ ਇਸੇ ਸੁੰਦਰਤਾ ਦਾ ਵਰਣਨ ਹੈ ਕਿ ਕਿਵੇਂ ਰੱਸੀਏ ਨੂੰ ਚੁੱਕ ਕੇ ਉੱਚੇ ਮੰਡਲਾਂ ਵਿੱਚ ਲੈ ਜਾਂਦੀ ਹੈ। ਉੱਥੇ ਉਸ ਨੂੰ ਕੌਣ ਮਿਲਦਾ ਹੈ, ਕਿਵੇਂ ਉਹਨਾਂ ਦੀ ਗੱਲਬਾਤ ਹੁੰਦੀ ਹੈ, ਕਿਵੇਂ ਜੋ ਜਪਜੀ ਸਾਹਿਬ ਵਿੱਚ 5 ਖੰਡਾਂ ਦਾ ਜ਼ਿਕਰ ਆਇਆ ਹੈ ਉਸ ਦਾ ਵਰਣਨ ਤੇ ਇੱਕ ਸੰਖੇਪ ਵਿਆਖਿਆ ਹੁੰਦੀ ਹੈ। ਇਹ ਲਿਖਤ ਆਪ ਜੀ ਨੂੰ ਭਾਈ ਸਾਹਿਬ ਜੀ ਦੀ ਲਿਖੀ ਹੋਈ ਜਿਹੜੀ ਲਿਖਤ ਹੈ, ਸਿਰਲੇਖ ਹੈ ਰਾਜਾ ਸ਼ਿਵਨਾਬ, ਉਸ ਵਿੱਚੋਂ ਕੁਝ ਪੰਨੇ ਪੜ੍ਹ ਕੇ ਸੁਣਾਏ ਜਾਂਦੇ ਹਨ। ਆਓ ਪਿਆਰ ਨਾਲ ਸਰਵਣ ਕਰੀਏ। ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ, ਬੀਦੇ ਬਾਦੇ ਕਮਲ ਮੈਂ ਭਵਰ ਰਹੇ ਲਪਟਾਏ। 14ਵੀਂ ਰਾਤ ਦਾ ਚੰਦ, 14ਵੀਂ ਵੀ ਕਤੇ ਦੀ, ਭਾਵ ਕੱਤਕ ਦੇ ਮਹੀਨੇ ਦੀ। ਕਤੇ ਮਿਠੜੀ ਰੁੱਤ, ਗੁਲਾਬੀ ਬਹਾਰ ਦਾ ਸਰਦਾਰ ਕਤੇ। ਸੋਹਣੀ ਸੋਹਣੀ ਸਰਦੀ, ਭਿੰਨੀ ਭਿੰਨੀ ਰਾਤ, ਚਿੱਟੀ ਚਿੱਟੀ ਚਾਂਦਨੀ, ਸਦਾ ਚਾਨਣੀ। ਹਾਂ, ਇਸੇ ਰਾਤ ਨੂੰ ਸਰਦ ਚਾਨਣੀ ਦੀ ਰਾਤ ਕਹੀਏ, ਇਸੇ ਨੂੰ ਭਿੰਨੀ ਰਹਿਣ ਕਹੀਏ। ਕਿਹੇ ਸੋਹਣੇ ਤਾਰੇ ਅੱਖਾਂ ਮਾਰਦੇ ਹਨ, ਆਕਾਸ਼ ਦਾ ਨੀਲ ਕਿਹਾ ਡਲਕਦਾ ਹੈ, ਕਿਕੂ ਮਨ ਨੂੰ ਖਿੱਚਦਾ ਹੈ। ਹੇ ਆਕਾਸ਼, ਹੇ ਚੰਦ, ਹੇ ਤਾਰਿਓ, ਮਨਾਂ ਨੂੰ ਨਾ ਖਿੱਚੋ। ਹੇ ਫੱਬੀ ਹੋਈ ਰਾਤ, ਹੇ ਭਿੱਜੀ ਹੋਈ ਰਾਤ, ਹੇ ਛਟਕੀ ਹੋਈ ਰਾਤ, ਆਪਣੀ ਸੁੰਦਰਤਾ ਨਾਲ ਨਾ ਲੁਭਾਓ। ਅਸੀਂ ਧਰਤੀ ਤੇ ਟੁਰਨ ਵਾਲੇ ਤੇਰੀਆਂ ਸੁੰਦਰ ਡੂੰਘਿਆਈਆਂ ਤੇ ਡੂੰਘੀਆਂ ਉੱਚਾਈਆਂ ਵਿੱਚ ਉੱਡ ਨਹੀਂ ਸਕਦੇ। ਪਰ ਕਿੱਥੋਂ ਸੋਹਣੇ ਜਦ ਆਪਣੀ ਸੁੰਦਰਤਾ ਨਾਲ ਖਿੱਚਣ ਤੇ ਆਉਂਦੇ ਹਨ ਤਦ ਕਿਸੇ ਦੀ ਸੁਣਦੇ ਹਨ। ਅਗਲੇ ਨੂੰ ਕੀ ਮੁਸ਼ਕਲਾਂ ਪੈਣਗੀਆਂ, ਉਹ ਕੀ ਪਰਵਾਹ ਕਰਦੇ ਹਨ। ਉਹ ਤਾਂ ਆਪਣੇ ਸੁਹਾਣਪ ਵਿੱਚ ਸਾਨੂੰ ਲੀਨ ਕਰਨ ਦੇ ਚਾਅ ਵਿੱਚ ਹੁੰਦੇ ਹਨ। ਕਿਕੂ ਜਿਲਣਾ ਵਿੱਚੋਂ ਧਰੀਕ ਕੇ ਕੱਢਦੇ ਹਨ, ਕਿਕੂ ਜ਼ੋਰ ਦੇ ਕੇ ਖਿੱਚਦੇ ਹਨ, ਕਿਕੂ ਵਲੁੰਦਰ ਕੇ ਖੂੰਹਦੇ ਹਨ, ਕਿਕੂ ਘੁੱਟ ਕੇ ਧੂ ਲੈਂਦੇ ਹਨ। ਉਹਨਾਂ ਨੂੰ ਕੀ, ਉਹ ਖਿੱਚਦੇ ਹਨ, ਉਹ ਖਿੱਚ ਹਨ। ਹਾਂ, ਸੁੰਦਰਤਾ ਵਿੱਚ ਖਿੱਚ ਹੈ। ਜਦੋਂ ਖਿੱਚਦੀ ਹੈ ਫਿਰ ਖਿੱਚਦੀ ਹੈ, ਇਹੋ ਉਹਦਾ ਧਰਮ ਹੈ, ਇਹੋ ਉਸਦਾ ਸੁਭਾਅ ਹੈ, ਇਹੋ ਉਸਦੀ ਨੇਕੀ ਹੈ। ਸੁੰਦਰਤਾ ਖਿੱਚੇਗੀ, ਜਿੱਥੇ ਅਸੀਂ ਹਾਂ ਉੱਥੋਂ ਚੁੱਕ ਲਏਗੀ, ਸਭ ਪਾਸਿਆਂ ਤੋਂ ਉਪਰਾਮ ਕਰਾ ਕੇ ਆਪਣੇ ਵੱਲ ਧੀਕੇਗੀ, ਸਭ ਤੋਂ ਵਿਸਾਰਾ ਦੇ ਕੇ ਆਪਣੇ ਵੱਲ ਲਾਵੇਗੀ। ਇਹੋ ਸੁੰਦਰਤਾ ਦੀ ਸੁੰਦਰਤਾ ਹੈ ਕਿ ਜਦੋਂ ਝਲਕਾ ਮਾਰਿਆ ਮੋਹ ਲਿਆ, ਜਦੋਂ ਲਿਸ਼ਕਾਰਾ ਦਿੱਤਾ ਠੱਗ ਲਿਆ। ਠੱਗ ਲਿਆ ਤਾਂ ਆਪੇ ਵਿੱਚ ਆਪੇ ਨੂੰ ਸਮੋਹ ਦਿੱਤਾ, ਚਾਹੋ ਪਲਕਾਰੇ ਜਿੰਨਾ ਸਮਾਂ ਹੀ ਲੱਗੇ। ਹਾਂਜੀ, ਠੱਗ ਲਿਆ ਤਾਂ ਆਪੇ ਵਿੱਚ ਆਪੇ ਨੂੰ ਸਮੋਹ ਦਿੱਤਾ, ਚਾਹੋ ਪਲਕਾਰੇ ਜਿੰਨਾ ਸਮਾਂ ਵੀ ਲੱਗੇ। ਆਹਾ, ਅੱਜ ਨੀਲੇ ਮਾਨੋ ਧੋਕੇ ਸਾਫ਼ ਕੀਤੇ, ਡੂੰਘੇ ਰੰਗ ਦੇ ਦਮਕਦੇ ਨੀਲੇ ਆਕਾਸ਼ ਦੀ ਤਾਰਿਆਂ ਨਾਲ ਛੱਬੀ ਤੇ ਚੰਦਰਮਾ ਨਾਲ ਛਟਕੀ ਛੱਬੀ ਕੈਸਾ ਮੋ ਰਹੀ ਹੈ। ਅੱਖਾਂ ਠੱਗੀਆਂ ਜਾ ਰਹੀਆਂ ਹਨ। ਵੈਦ ਟਾਹਰਾਂ ਮਾਰਦੇ ਹਨ ਕਿ ਇਹ ਰੁੱਤ ਕੱਚੀ ਪੱਕੀ ਹੈ। ਰਾਤ ਨੂੰ ਤਰੇਲ ਮਾੜੀ ਪੈਂਦੀ ਹੈ, ਠੰਡ ਅਵੱਲੀ ਪੈਂਦੀ ਹੈ। ਅੰਦਰ ਸੋਹਣਾ ਠੀਕ ਹੈ, ਪਰ ਹਾਏ, ਸ਼ਿੰਗਾਰੀ ਹੋਈ ਰਾਤ ਦੀ ਸੁੰਦਰਤਾ ਰੱਸੀਏ ਮਨਾਂ ਨੂੰ ਚੁਰਾ ਹੀ ਲੈ ਜਾਂਦੀ ਹੈ। ਕੁਦਰਤੀ ਸੁੰਦਰਤਾ ਦਾਅ ਖੇਡਦੀ ਹੈ। ਵੈਦਾਂ ਦੀ ਮੱਤ ਤੇ ਆਪਣੀ ਸੋਚ ਉੱਡ ਜਾਂਦੀ ਹੈ। ਆਸ ਤੇ ਅੰਦੇਸ਼ੇ ਗਏ, ਹੁਣ ਕੀ ਰਹਿ ਜਾਂਦਾ ਹੈ। ਕੁਦਰਤ ਦਾ ਬਨਾਵ ਤੇ ਸ਼ਿੰਗਾਰ ਅਰ ਦੇਖਣ ਹਾਰੀਆਂ ਮਸਤ ਅੱਖਾਂ, ਕੁਦਰਤ ਦਾ ਜੋਬਨ ਤੇ ਰੱਸੀਆਂ ਦੀਆਂ ਹਿੱਤ ਅਲਸਾਈਆਂ ਅੱਖ ਪੁਤਲੀਆਂ, ਕੁਦਰਤ ਦੀ ਛਬੀ ਤੇ ਕਦਰ ਪਾਉਣ ਵਾਲੇ ਅਧ ਖੁੱਲੇ ਨੈਣ, ਕੁਦਰਤ ਦਾ ਸੁਹਾਣ ਤੇ ਨੈਣਾਂ ਵਾਲਿਆਂ ਦੇ ਮੋਹੇ ਗਏ ਨੇਤਰ,
ਕੁਦਰਤ ਦੇ ਠੱਗਣ ਹਾਰ ਕਟਾਖੇ ਤੇ ਰੰਗ ਭਰੀਆਂ ਇਸ਼ਕ ਤਣਾਈਆਂ ਚਸ਼ਮਾ। ਹਾਏ ਚਸ਼ਮਾ ਨਿੱਕੀਆਂ ਨਿੱਕੀਆਂ ਚਸ਼ਮਾ ਭਾਵ ਅੱਖਾਂ। ਅਸਗਾਹ ਆਕਾਸ਼ ਸਾਰਾ ਦਿਸਦਾ, ਤਾਰਾ ਮੰਡਲ, ਚੰਦ ਚਾਨਣੀ ਸਭੋ ਕੁਝ ਆਪਣੇ ਵਿੱਚ ਸਮਾ ਲੈਂਦੀਆਂ ਹਨ। ਜਾਦੂ ਕੁੱਠੀਆਂ ਚਸ਼ਮਾ ਝਮਕਣਾ ਭੁੱਲ ਜਾਂਦੀਆਂ ਹਨ। ਹਾਂ ਫਰਕਣਾ ਵਿਸਾਰ ਕੇ ਛੱਪਰਾਂ ਨੂੰ ਕਹਿੰਦੀਆਂ ਹਨ, ਭਾਰੇ ਤਾਂ ਹੋ ਜਾਓ ਪਰ ਡਿੱਗਣਾ ਨਹੀਂ। ਅੱਜ ਪਿਆਰੇ ਦੀ ਕੁਦਰਤ ਸੁਹਾਵੀ ਤੇ ਪਿਆਰੀ ਦੁੱਤੀ ਤੇ ਹਾਂ ਪ੍ਰੀਤਮ ਦਾ ਅਹਿਲਾ ਸਰੂਪ ਜੋ ਕੁਦਰਤ ਵਿੱਚ ਦਮਕਦਾ ਹੈ, ਇਹਨਾਂ ਅੱਖਾਂ, ਇਹਨਾਂ ਨਿੱਕੇ ਨਿੱਕੇ ਪਰ ਜਿਉਂਦੇ ਛੇਕਾਂ ਥਾਣੀ ਅੰਦਰਲੇ ਨੂੰ ਜੱਫੀਆਂ ਪਾ ਪਾ ਮਿਲ ਰਿਹਾ ਹੈ। ਵਾਹ ਸੁੰਦਰਤਾ, ਖੂਬ ਠੱਗ ਹੈ ਤੂੰ। ਜਿਨ੍ਹਾਂ ਦੇ ਅੰਦਰ ਤੂੰ ਫੇਰਾ ਪਾਇਆ ਉਹਨਾਂ ਨੂੰ ਲੈ ਗਈਓ। ਜਦ ਇਸ ਸੁਹਾਵੀ ਸੁੰਦਰਤਾ ਦੇ ਕੁੱਛੜ ਕਦੇ ਸੱਚੇ ਪ੍ਰੇਮੀ ਚੜ੍ਹ ਬੈਠਣ ਤਾਂ ਆਖਦੇ ਹਨ, ਅਸੀਂ ਚੱਲੇ। ਲਓ ਪਲੰਗ ਵਿਛਿਆ ਰਿਹਾ, ਦੇ ਉੱਤੇ ਸਿੱਧੀ ਝੱਟ ਲੇਟੀ ਰਹੀ, ਹੱਥ ਛਾਤੀ ਤੇ ਪਏ ਜੁੜੇ ਰਹੇ, ਨੈਣ ਅਧ ਖੁੱਲੇ ਹਿਤ ਅਲਸਾਏ, ਪ੍ਰੇਮ ਪਰਵੇਦੇ ਉਸੇ ਤਰ੍ਹਾਂ ਖੁੱਲੇ ਰਹੇ। ਟਕ ਵੱਜੀ ਰਹੀ, ਪਰ ਦੇਖੋ ਸੁੰਦਰਤਾ ਮਲਕੜੇ ਜੇ ਸਾਨੂੰ ਵਿੱਚੋਂ ਖਿਸਕਾ ਲੈ ਚੱਲੀ ਜੇ। ਪਈ ਰਹੋ ਹੁਣ ਮੜੋਲੀ, ਛਾਰ ਕੀ ਪੁਤਲੀ ਪਈ ਰਹੋ, ਤੂੰ ਜਾਣ ਤੇਰਾ ਦੇਸ਼ ਜਾਣੇ। ਸਾਨੂੰ ਤਾਂ ਸੁੰਦਰਤਾ ਆਪਣੇ ਦੇਸ਼ ਲੈ ਚੱਲੀ ਹੈ। ਪਈ ਰਹੋ ਹੇ ਮਿੱਟੀ ਕੀ ਮਟੀਆ, ਤੇ ਪਏ ਰਹਿਣ ਉਹ ਸਾਕ ਨਾਤੇ ਤੇ ਕੁਛ ਲੱਗਦੇ ਜੋ ਤੇਰੇ ਕਰਕੇ ਸਾਡੇ ਬਣੇ ਸਨ। ਤੂੰ ਤੇ ਤੇਰਾ ਵਲੇਵਾ ਪਏ ਰਹੋ, ਅਸੀਂ ਆਪਣੇ ਠੱਗਣ ਹਾਰੇ ਠੱਗ ਦੇ ਦੇਸ਼ ਚੱਲੇ ਹਾਂ। ਸਾਨੂੰ ਸਾਡਾ ਮੁਹਾਕਾ ਮੋਹ ਕੇ ਲੈ ਚੱਲਿਆ ਹੈ। ਅਸੀਂ ਇੱਕ ਝਾਕੇ ਤੇ ਰੀਝੇ ਹੋਏ ਮਗਨ ਹੋਏ ਹੋਏ ਟੁਰ ਚੱਲੇ ਹਾਂ ਝਾਕਿਆਂ ਦੇ ਦੇਸ਼। ਆਹ ਸੁੰਦਰਤਾ ਤੂੰ ਧਨ ਹੈ, ਤੂੰ ਉਹ ਦੇਵੀ ਹੈ ਜੋ ਵਿਛੜਿਆਂ ਨੂੰ ਮੇਲਦੀ ਹੈ। ਤੂੰ ਹੈ ਜੋ ਸੋਚ ਸਮੁੰਦਰ ਵਿੱਚੋਂ ਕੱਢ ਕੇ ਬੇਖੁਦੀਆਂ ਦੇ ਪੰਗੂੜੇ ਝੁਟਾਉਂਦੀ ਹੈ। ਤੂੰ ਹੈ ਜੋ ਰਸ ਦੇਸ਼ ਤੇ ਉਥੋਂ ਲਾਮਕਾਨ ਵਿੱਚ ਲੈ ਜਾਂਦੀ ਹੈ। ਇਹ ਛਵੀ ਤੇਰਾ ਜਾਦੂ ਧਨ ਹੈ। ਇਸ ਹਿਸਾਬੀ ਸੋਚੂ ਜੀਵੜੇ ਨੂੰ ਤੂੰ ਅਨੰਤ ਅਥਾਹ ਰਸ ਵਿੱਚ ਉਡਾ ਲੈ ਜਾਂਦੀ ਹੈ। ਤੂੰ ਯੋਗੀ ਰਾਜ ਹੈ ਜੋ ਚਿੱਤ ਬਿਰਤੀਆਂ ਦਾ ਪਲਕਾਰੇ ਵਿੱਚ ਨਿਰੋਧ ਕਰਦੀ ਹੈ। ਤੂੰ ਹੈ ਜੋ ਮਨ ਨੂੰ ਖੜਾ ਕਰਦੀ ਹੈ ਤੇ ਬੁੱਧੀ ਦੇ ਚੱਕਰ ਨੂੰ ਬਨ ਬਹਾਲਦੀ ਹੈ। ਤੂੰ ਹੈ ਜੋ ਪਾਰਲੇ ਦੇਸ਼ ਦਾ ਪਤਾ ਦੇਂਦੀ ਹੈ। ਤੂੰ ਹੈ ਜੋ ਮੰਤਰਾਂ ਤੇ ਫਿਲਾਸਫੀਆਂ ਦੀ ਸਰਹੱਦ ਤੋਂ ਪਰੇ ਟਪਾ ਕੇ ਰਸਦੇ ਦੇਸ਼, ਹਾਂ ਆਪੇ ਦੇ ਦੇਸ਼ ਵਿੱਚ ਲੈ ਜਾਂਦੀ ਹੈ। ਤੂੰ ਧਨ ਹੈ, ਤੈਨੂੰ ਆਦੇਸ਼ ਹੈ, ਤੈਨੂੰ ਵਾਹ ਵਾਹ ਹੈ। ਵਾਹ ਵਾਹ ਉਹ ਦੇਸ਼ ਹੈ ਜਿੱਥੇ ਬਾਣੀ ਦੀ ਪਹੁੰਚ ਨਹੀਂ। ਤੂੰ ਵਾਹ ਵਾਹ ਦਾ ਰੂਪ ਬਣ ਕੇ ਐਸੇ ਵੇਲੇ ਆਉਂਦੀ ਹੈ। ਵਾਹ ਵਾਹ ਕਰਤਿਆਂ ਰਹਿਣ ਸੁਖ ਵਿਹਾਏ, ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ। ਵਾਹ ਵਾਹ ਕਰਤਿਆਂ ਹਰ ਸਿਉਲੇ ਵਲਾਏ, ਵਾਹ ਵਾਹ ਕਰਮੀ ਬੋਲੇ ਬੁਲਾਏ। ਵਾਹ ਵਾਹ ਕਰਤਿਆਂ ਸੋਭਾ ਪਾਏ, ਨਾਨਕ ਵਾਹੋ ਵਾਹੋ ਸਤ ਰਜਾਏ। ਵਾਹ ਸੁੰਦਰਤਾ, ਵਾਹ ਸੁੰਦਰ ਦਾਤਾ ਜਿਨ ਸੁੰਦਰਤਾ ਦਾ ਭੇਦ ਦੱਸਿਆ। ਵਾਹ ਵਾਹ ਸੁੰਦਰਤਾ ਤੂੰ ਸੁੰਦਰ ਦਿਖਾ ਲਿਆ। ਵਾਹ ਵਾਹ ਸੁੰਦਰਤਾ ਤੂੰ ਵਾਹ ਵਾਹ ਸਿਖਾਈ, ਪਰ ਵਾਹ ਹੇ ਵਾਹ ਵਾਹ ਤੂੰ ਫਿਰ ਸੁੰਦਰਤੀ ਦਿਖਾਈ ਤੇ ਸੁੰਦਰ ਦੇ ਚਰਨੀ ਲਾਇਆ। ਵਾਹ 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 ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਵਾਹ ਵਾਹ ਅਗਮ ਅਥਾਹ ਹੈ, ਵਾਹ ਵਾਹ ਸੱਚਾ ਸੋਏ। ਵਾਹ ਵਾਹ ਵੇ ਪਰਵਾਹ ਹੈ, ਵਾਹ ਵਾਹ ਕਰੇ ਸੋ ਹੋਏ। ਵਾਹ ਵਾਹ ਅੰਮ੍ਰਿਤ ਨਾਮ ਹੈ, ਗੁਰਮੁਖ ਪਾਵੈ ਕੋਏ। ਵਾਹ ਵਾਹ ਕਰਮੀ ਪਾਈਐ, ਆਪ ਦਇਆ ਕਰ ਦੇ। ਨਾਨਕ ਵਾਹ ਵਾਹ ਗੁਰਮੁਖ ਪਾਈਐ, ਅੰਦਿਨ ਨਾਮ ਲਏ। ਹੇ ਸੋਹਣੇ, ਹੇ ਸੁੰਦਰ,
हे मेरे सुंदरां दे सुंदर, हे सुहावे, हे सदा सुहान, हे छब्बी वाले, हे फब्बी वाले, हे अदुत्ती दुत्ती वाले, हे मनमोहणे, हे अहला, हे ललित, हे हुसन, हे हुसना दे सरदार, हे खूब, हे खूबां दे शहनशाह, हाँ हे सुंदर, ਸੁੰਦਰਤਾ ਨੂੰ ਆਪਣਾ ਪ੍ਰਕਾਸ਼ ਬਣਾ ਕੇ ਪ੍ਰਕਾਸ਼ ਪਰ ਮੋਹਿਤ ਹੋਇਆਂ ਨੂੰ ਆਪਣੇ ਵਿੱਚ ਖਿੱਚ ਲੈਣ ਵਾਲੇ, ਵਾਹ ਵਾਹੋ ਤੇਰੀ ਸਤ ਰਜਾਏ। ਹਾਂ, ਕਦੇ ਕਦੇ ਇਹੋ ਸੁੰਦਰਤਾ ਮਨ ਨੂੰ ਕੋਈ ਹੋਰ ਅੱਖਾਂ ਵੀ ਲਾ ਦਿਆ ਕਰਦੀ ਹੈ। ਉਂਝ ਤਾਂ ਆਕਾਸ਼ਾਂ ਦਾ ਪਹਿਨ ਤੇ ਇਹ ਅਸਗਾਹ ਪੁਲਾੜ ਅੱਖਾਂ ਨੂੰ ਸੁੰਝਾ ਤੇ ਸਖਣਾ ਹੀ ਭਾਸਦਾ ਹੈ, ਪਰ ਇਹਨਾਂ ਨਵੀਆਂ ਅੱਖਾਂ ਨਾਲ ਇਹ ਸਾਰਾ ਜੀਵਦਾ ਹੋ ਦਿਸਦਾ ਹੈ। ਹਾਂਜੀ, ਉਂਝ ਤਾਂ ਆਕਾਸ਼ਾਂ ਦਾ ਪਹਿਨ ਤੇ ਇਹ ਅਸਗਾਹ ਪੁਲਾੜ ਅੱਖਾਂ ਨੂੰ ਸੁੰਝਾ ਤੇ ਸਖਣਾ ਹੀ ਭਾਸਦਾ ਹੈ, ਪਰ ਇਹਨਾਂ ਨਵੀਆਂ ਅੱਖਾਂ ਨਾਲ ਇਹ ਸਾਰਾ ਜੀਵਦਾ ਹੋ ਦਿਸਦਾ ਹੈ, ਸੋਹਣਿਆਂ ਤੇ ਜੀਵਦਿਆਂ ਨਾਲ ਵਸ ਰਿਹਾ ਦਿਸ ਪੈਂਦਾ ਹੈ। ਉਹ ਦੇਖੋ ਕੌਣ ਦਿਸਿਆ ਜੇ? ਇੱਕ ਤਾਂ ਕੋਈ ਰੱਸੀਆ ਧਰਤੀ ਤੇ ਮੜੋਲੀ ਛੱਡ ਕੇ ਪਵਨ ਰੂਪ ਹੋ ਕੇ ਇਸੇ ਸੁੰਦਰਤਾ ਦੇ ਮੋਢੇ ਚੜ੍ਹ ਕੇ ਉੱਚਾ ਆਇਆ ਹੈ। ਇੱਕ ਕੋਈ ਅਰਸ਼ਾਂ ਤੋਂ ਚਾਨਣੇ ਦੀ ਦੇਵੀ ਆਈ, ਮਾਤਾ ਆਈ, ਅੰਮਾ ਆਈ, ਅੰਮਾ ਰੱਜੀ ਆਈ, ਰੱਜੀ ਆਈ ਕਿ ਰਾਜੀ ਆਈ, ਸ਼ੁਕਰ ਹੈ ਰਾਜੀ ਆਈ, ਸ਼ੁਕਰ ਹੈ। ਧਰਤੀ ਉੱਤੇ ਤਾਂ ਨਾ ਰੱਜੀ ਤੇ ਨਾ ਰਾਜੀ ਵਸਦੀਆਂ ਸਨ, ਪਰ ਇੱਥੇ ਅੰਮਾ ਰਾਜੀ ਆਈ ਤੇ ਅੰਮਾ ਰੱਜੀ ਆਈ। ਜੇ ਹੁਣ ਭੁੱਖ ਤਸੇਵੇਂ ਤੇ ਰੋਗ ਦੁੱਖ ਗਏ, ਅੰਮਾ ਰੱਜੀ ਤੇ ਰਾਜੀ। ਰੱਜੀ ਤੋਂ ਭਾਵ ਹੈ ਸੰਤੁਸ਼ਟਾ, ਤ੍ਰਿਪਤੀ, ਤ੍ਰਿਸ਼ਨਾ ਰਹਿਤ ਦਸ਼ਾ, ਤੇ ਰਾਜੀ ਤੋਂ ਭਾਵ ਹੈ ਅਰੋਗਤਾ, ਪ੍ਰਸੰਨਤਾ, ਦੁੱਖ ਰਹਿਤ ਹਾਲਤ। ਆਓ ਹੁਣ ਇਹਨਾਂ ਦੀਆਂ ਗੱਲਾਂ ਸੁਣੀਏ। ਅੰਮਾ ਰੱਜੀ ਬੋਲੀ, ਆਓ ਬੱਚਾ, ਆਓ ਮੇਰੀ ਗੋਦੀ ਦੇ ਬੱਚੇ, ਮੈਂ ਤਾਂ ਸਦਾ ਤੇਰੇ ਨਾਲ ਆਉਂਦੀ ਹਾਂ। ਤੂੰ ਦਿਨੇ ਰਾਤ ਮੇਰੀ ਗੋਦ ਖੇਲਦਾ ਹੈ, ਫਿਰ ਤੂੰ ਭੁੱਖਾ ਹੋ ਕੇ ਡਾਬੂ ਕਿਉਂ ਲੈਂਦਾ ਹੁੰਦਾ ਹੈ ਤੇ ਰੋਗੀ ਜਿਹਾ ਹੋ ਕੇ ਹਾਏ ਹਾਏ ਕਿਉਂ ਕਰਦਾ ਹੁੰਦਾ ਹੈ? ਤੂੰ ਜਗਤ ਦੇ ਰਾਜ਼ਕਾਂ ਵੱਲ ਤੇ ਵੈਦਾਂ ਵੱਲ ਨਾ ਤੱਕਿਆ ਕਰ, ਆਪਣੀ ਮਾਂ ਵੱਲ ਤੱਕਿਆ ਕਰ। ਤੂੰ ਸਦਾ ਮੇਰੀ ਗੋਦ ਵਿੱਚ ਖੇਲਦਾ ਹੈ। ਰਸੀਆ, ਅੰਮਾ ਜੀ, ਤੁਸੀਂ ਮੇਰੇ ਉਹਨਾਂ ਧਰਤੀ ਦੇ ਨੈਣਾਂ ਨਾਲ ਦਿਸਦੇ ਨਹੀਂ ਹੋ ਨਾ। ਉਹ ਮਰ ਜਾਣੇ ਨੈਣ ਤਾਂ ਵੈਦਾਂ ਤੇ ਅੰਨਦਾਤਿਆਂ ਨੂੰ ਦੇਖਦੇ ਰਹਿੰਦੇ ਹਨ। ਅੰਮਾ, ਤੂੰ ਸੁੰਦਰਤਾ ਦੇ ਦੇਸ਼ ਵਸਦੀ ਹੈ, ਮੈਂ ਆਸ ਅੰਦੇਸ਼ੇ ਦੇ ਦੇਸ਼ ਵਸਦਾ ਹਾਂ। ਸੁੰਦਰਤਾ ਨੂੰ ਕਹੋ ਖਾਂ ਮੈਨੂੰ ਠੱਗੀ ਰੱਖਿਆ ਕਰੇ, ਆਪਣੇ ਕੰਧਾੜੇ ਚੁੱਕ ਕੇ ਮੈਨੂੰ ਇੱਥੇ ਲੈ ਆਇਆ ਕਰੇ, ਤਾਂ ਮੈਨੂੰ ਤੂੰ ਦਿਸਦੀ ਰਿਹਾ ਕਰੇ ਤੇ ਮੈਂ ਹੁਣ ਵਾਂਗੂ ਤੇਰੀ ਛਾਵੇਂ ਸੁਖ ਮਾਣਿਆ ਕਰ। ਅੰਮਾ, ਬੱਚਾ ਤੂੰ ਵਾਹੋ ਵਾਹੋ ਕਰਿਆ ਕਰ। ਵਾਹੋ ਵਾਹੋ ਗੁਰਸਿੱਖ ਨਿਤ ਸਭ ਕਰੋ, ਗੁਰਪੂਰੇ ਵਾਹੋ ਵਾਹੋ ਭਾਵੈ, ਨਾਨਕ ਵਾਹੋ ਵਾਹੋ ਜੋ ਮਨ ਚਿਤ ਕਰੇ, ਤਿਸ ਜਮ ਕੰਕਰ ਨੇੜ ਨਾ ਆਵੇ। ਰਸੀਆ, ਅੰਮਾ ਜੀ, ਮੈਂ ਕੀ ਕਰਾਂ? ਜਦੋਂ ਸੱਚੀ ਤੇ ਸੁੱਚੀ ਸੁੰਦਰਤਾ ਝਲਕਾਂ ਮਾਰਦੀ ਹੈ, ਮੱਲੋ ਮੱਲੀ ਵਾਹੋ ਵਾਹੋ ਹੁੰਦੀ ਹੈ। ਜਦੋਂ ਆਸ ਅੰਦੇਸੇ ਦੇ ਭੂਤ ਆ ਦਬਲਦੇ ਹਨ, ਤਦ ਵਾਹੋ ਵਾਹੋ ਕਰੇ ਵੀ ਤਦ ਵੀ ਸਵਾਦ ਨਹੀਂ ਪੈਂਦਾ। ਅੰਮਾ, ਫਿਰ ਵੀ ਵਾਹੋ ਵਾਹੋ ਨਾ ਛੱਡਿਆ ਕਰੋ। ਉਦੋਂ ਵਾਹੋ ਵਾਹੋ ਆਸ ਅੰਦੇਸੇ ਦੀ ਜਕੜ ਨੂੰ ਮੱਪ ਮੱਪ ਕੇ ਕੱਢਦੀ ਹੁੰਦੀ ਹੈ। ਵਾਹੋ ਵਾਹੋ ਕਦੇ ਸਖਣੀ ਨਹੀਂ ਜਾਂਦੀ। ਵਾਹੋ ਵਾਹੋ ਦੋ ਕੰਮ ਕਰਦੀ ਹੈ, ਇੱਕ ਤਾਂ ਮੈਲ ਕੱਢਦੀ ਹੈ, ਦੂਏ ਜਦੋਂ ਮੈਲ ਕੱਟ ਲਵੇ ਤਦ ਪਿਆਰ ਦੇ ਸਤ ਸੁਹਾਣ ਸਦਾ ਮਨ ਚਾਉ ਦਾ ਝਲਕਾ ਮਾਰਦੀ, ਖੀਵੀਆਂ ਕਰਦੀ, ਬੇਖੁਦੀਆਂ ਦੇ ਝੂਟੇ ਦੇਂਦੀ ਤੇ ਅੰਮ੍ਰਿਤ ਪਿਲਾਉਂਦੀ ਰਹਿੰਦੀ ਹੈ। ਰਸੀਆ, ਫਿਰ ਤੁਸੀਂ ਨਾ ਟੁਰਾਇਆ ਕਰੋ। ਅੰਮਾ, ਰੱਜੀ ਤੇ ਰਾਜੀ ਤਾਂ ਸਦਾ ਗੋਦ ਵਿੱਚ ਰੱਖਦੀ ਹੈ ਤੇ ਤੂੰ ਬਾਹਰ ਰਿੜ ਜਾਣਾ ਹੈ। ਆਸ ਅੰਦੇਸੇ ਵਿੱਚ ਨਾ ਤਿਲਕਿਆ ਕਰੇ,
ਤਾਂ ਤੂੰ ਸਦਾ ਰਜਿਆ ਸਦਾ ਰਾਜ਼ੀ ਰਿਹਾ ਕਰੇ। ਰਸੀਆ, ਮਾਂ ਮੈਂ ਇਸ ਵੇਲੇ ਐਡਾ ਖੁਸ਼ ਹਾਂ ਕਿ ਜੇ ਮੇਰਾ ਸਰੀਰ ਨਾਲ ਹੁੰਦਾ ਤਾਂ ਮੇਰੇ ਚੋਲੇ ਦੀਆਂ ਤਣੀਆਂ ਟੁੱਟ ਜਾਂਦੀਆਂ ਤੇ ਫਿਰ ਸਰੀਰ ਪਾਟ ਪੈਂਦਾ। ਇਹੋ ਜਿਹੀ ਸੋਹਣੀ ਖੁਸ਼ੀ ਕਿਉਂ ਲੁਕੋ ਰੱਖਦੇ ਹੁੰਦੇ ਹੋ? ਹੈਂ ਜੀਓ ਜੀ। ਅੰਮਾ, ਲੁਕੋ ਤਾਂ ਨਹੀਂ ਰੱਖਦੀ, ਲੋਕੀ ਉਹਨਾਂ ਅੱਖਾਂ ਨੂੰ ਨਹੀਂ ਖੋਲਦੇ ਜਿਸ ਨਾਲ ਇਹ ਦਿਸਦਾ ਹੈ। ਉਹ ਨੈਣ ਵਾਹ ਵਾਹ ਕੀਤਿਆਂ ਖੁੱਲਦੇ ਹਨ। ਲੋਕੀ ਵਾਹ ਵਾਹ ਨਹੀਂ ਕਰਦੇ, ਹਾਏ ਹਾਏ ਕਰਦੇ ਹਨ, ਤਰਫੂ ਤਰਫੂ ਕਰਦੇ ਹਨ। ਇਸ ਕਰਕੇ ਇਸ ਖੁਸ਼ੀ ਤੋਂ ਵਾਂਝੇ ਰਹਿੰਦੇ ਹਨ। ਫਿਰ ਇਹ ਖੁਸ਼ੀ ਐਡੀ ਸਸਤੀ ਹੈ ਕਿ ਕਿਸੇ ਕਰੜੇ ਸਾਧਨ, ਹੱਠ, ਤਪ, ਤਿਆਗ, ਪਿਟੜੇ ਦੀ ਲੋੜ ਨਹੀਂ ਰੱਖਦੀ। ਹੈ ਦਾ ਨੀਚਾ ਧਾਰ ਕੇ ਅੰਦਰ ਵਾਹ ਵਾਹ ਕਰਦਾ ਰਹੇ, ਵਾਹ ਵਾਹ ਤੇ ਟਿਕਿਆ ਰਹੇ। ਫਿਰ ਇਹ ਖੁਸ਼ੀ 8 ਪੈਰ ਮਾਣਦਾ ਰਹੇ। ਸ਼ਲੋਕ ਮਹੱਲਾ ਤੀਜਾ। ਵਾਹ ਵਾਹ ਸੇ ਜਨ ਸਦਾ ਕਰੇ ਜਿਨ ਕੋ ਆਪੇ ਦੇ ਬੁਝਾਏ। ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ। ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ। ਵਾਹ ਵਾਹ ਕਰੇ ਸੇ ਜਨ ਸੋਹਣੇ ਹਰ ਤਿਨ ਕੈ ਸੰਗ ਮਿਲਾਏ। ਵਾਹ ਵਾਹ ਹਿਰਦੇ ਉਚਰਾਂ ਮੁਖੋਂ ਵੀ ਵਾਹ ਵਾਹ ਕਰਿਓ। ਨਾਨਕ ਵਾਹ ਵਾਹ ਜੋ ਕਰੇ ਹਉ ਤਨ ਮਨ ਤਿਨ ਕੋ ਦਿਓ। ਰਸੀਆ, ਜੋ ਮਰ ਜਾਂਦੇ ਹਨ ਤੇ ਵਾਹ ਵਾਹ ਦੇ ਰੰਗ ਰੱਤੇ ਹੋ ਕੇ ਮਰਦੇ ਹਨ, ਉਹ ਕੀ ਕਰਦੇ ਹਨ? ਅੰਮਾ, ਜੋ ਹੁਣ ਤੂੰ ਪਿਆ ਕਰਦਾ ਹੈ। ਰਸੀਆ, ਐਡੀ ਖੁਸ਼ੀ ਮਾਣਦੇ ਹਨ। ਅੰਮਾ, ਆ ਤੈਨੂੰ ਮੈਂ ਵਾਹ ਵਾਹ ਕਰਕੇ ਆਇਆਂ ਦਾ ਇੱਕ ਸਤਸੰਗ ਦਿਖਾਵਾਂ। ਇਹ ਕਹਿੰਦਿਆਂ ਸਾਰ ਦੋਏ ਉੱਡੇ, ਇੰਜ ਉੱਡੇ ਕਿ ਸੰਸਾਰ ਵਿੱਚ ਕੋਈ ਖਿਲਾਫ ਉਸ ਤੇਜੀ ਤੇ ਤ੍ਰਿਖਾ ਦਾ ਹੋ ਹੀ ਨਹੀਂ ਸਕਦਾ। ਮਾਨੋ ਕਰੋੜਾਂ ਮੀਲ ਪਲਕਾਰੇ ਵਿੱਚ ਪੈਂਡਾ ਮੁੱਕਦਾ ਸੀ। ਖੁਸ਼ੀ, ਠੰਡ, ਰਸ, ਸਵਾਦ ਵੱਧ ਤੋਂ ਵੱਧ ਪਸਰ ਰਿਹਾ ਸੀ। ਜਿਨ੍ਹਾਂ ਤਾਰਿਆਂ, ਮੰਡਲਾਂ, ਖੰਡਾਂ, ਵਰਭੰਡਾਂ ਨੂੰ ਤੱਕ ਤੱਕ ਕੇ ਹਰਿਆਨ ਹੋਈਦਾ ਹੈ, ਹਾਂ ਉਹਨਾਂ ਦੇ ਵਿੱਚ ਦੀ ਲੰਘਣਾ ਕੁਛ ਬਾਤ ਨਹੀਂ ਸੀ। ਗੱਲ ਕੀ ਇਸ ਤਰ੍ਹਾਂ ਉੱਡਦੇ ਉਹ ਇੱਕ ਸੁੰਦਰ ਮੰਡਲ ਤੇ ਪਹੁੰਚੇ। ਇਹ ਇੰਨੀ ਦੂਰ ਥਾਂ ਹੈ ਕਿ ਜੇ ਚਾਨਣਾ ਇੱਥੋਂ ਟੁਰੇ ਤਾਂ ਧਰਤੀ ਉੱਤੇ 50 ਬਰਸਾਂ ਵਿੱਚ ਵੀ ਮੱਸਾ ਪਹੁੰਚੇ। ਇਹ ਮਿੱਟੀ ਲੋਹੇ ਤਰਾਮੇ ਦੀ ਧਰਤੀ ਨਹੀਂ ਸੀ। ਇੱਕ ਅਗਨ ਤੇ ਚਾਨਣੇ ਦਾ ਲੋਕ ਜਾਪਦਾ ਸੀ। ਇੱਥੇ ਧਰਤੀ ਵਾਂਗੂ ਹੀ ਇੱਕ ਦੀਵਾਨ ਲੱਗਾ ਜਾਪਦਾ ਸੀ ਔਰ ਕੀਰਤਨ ਹੋ ਰਿਹਾ ਸੀ। ਰਾਗੀ ਕੈਸੇ ਸਨ ਕਿ ਉਹਨਾਂ ਦਾ ਕੀਰਤਨ ਬਸ ਰਸ ਤੇ ਸਵਾਦ ਦਾ ਹੀ ਰੂਪ ਸੀ। ਪ੍ਰੇਮ ਦਾ ਮੀਂਹ ਵਸ ਰਿਹਾ ਸੀ। ਆਨੰਦ ਦੇ ਫੁਹਾਰੇ ਛੁੱਟ ਰਹੇ ਸਨ। ਰਸੀਏ ਨੂੰ ਅੰਮਾ ਜੀ ਨੇ ਪੁੱਛਿਆ, ਕਹੋ ਇਹ ਸਵਾਦ ਕਿਹੋ ਜਿਹਾ ਹੈ? ਰਸੀਆ, ਕੀ ਆਖਾਂ, ਬਸ ਇਹੋ ਹੈ ਕਿ ਕਹਿ ਨਹੀਂ ਹੁੰਦਾ, ਗੂੰਗੇ ਦੀ ਮਠਿਆਈ ਹੈ। ਅੰਮਾ, ਜੋ ਉਸ ਸੂਈ ਦੇ ਨੱਕੇ ਜਿੰਨੇ ਟਿਕਾਣੇ ਭਾਵ ਧਰਤੀ ਉੱਤੇ ਆਪਣੇ ਦਿਨ ਵਾਹ ਵਾਹ ਦੇ ਰੰਗ ਵਿੱਚ ਬਿਤਾਉਂਦੇ ਹਨ, ਸੋ ਇਹੋ ਜਿਹੇ ਰਸਾਂ ਨੂੰ ਮਾਣਦੇ ਹਨ ਤੇ ਇਹੋ ਜਿਹੀ ਅਵਸਥਾ ਨੂੰ ਅਪੜਦੇ ਹਨ। ਰਸੀਆ, ਮਾਂ ਜੀ, ਕੀ ਅਸੀਂ ਉਹਨਾਂ ਖੰਡਾਂ ਵਿੱਚੋਂ ਕਿਸੇ ਵਿੱਚ ਖੜੇ ਹਾਂ ਜੋ ਜਪਜੀ ਸਾਹਿਬ ਜੀ ਵਿੱਚ ਲਿਖੇ ਹਨ? ਅੰਮਾ, ਉਹ ਖੰਡ ਕੋਈ ਥਾਂ ਟਿਕਾਣੇ ਧਰਤੀ ਵਰਗੇ ਤਾਂ ਨਹੀਂ ਹਨ। ਉਹ ਤਾਂ ਇੱਕ ਅਰੂਪ ਰੂਪ ਦੇ ਟਿਕਾਣੇ ਹਨ, ਪਰ ਉਹ ਟਿਕਾਣੇ ਹਨ ਵੀ, ਖੰਡ ਵਿੱਚ ਵੀ ਹਨ ਤੇ ਬ੍ਰਹਿਮੰਡ ਵਿੱਚ ਵੀ ਹਨ। ਬ੍ਰਹਿਮੰਡ ਦੀ ਖੇਡ ਸਮਝਣ ਲਈ ਪਹਿਲਾਂ ਨਾਮ ਰਸੀਆਂ ਹੋਣ ਦੀ ਲੋੜ ਹੈ। ਹਾਂਜੀ, ਬ੍ਰਹਿਮੰਡ ਦੀ ਖੇਡ ਸਮਝਣ ਲਈ ਪਹਿਲਾਂ ਨਾਮ ਰਸੀਆਂ ਹੋਣ ਦੀ ਲੋੜ ਹੈ। ਪਿੰਡ ਵਿੱਚ ਤੇ ਆਪਣੀ ਉਚਿਆਈ ਪ੍ਰਾਪਤ ਕਰਨ ਲਈ ਸਾਧਨ ਪੱਖ ਵਿੱਚ ਇਉਂ ਸਮਝ ਲਿਆ ਹੈ। ਪਹਿਲਾ ਖੰਡ ਧਰਮ ਖੰਡ ਜਪਜੀ ਸਾਹਿਬ ਵਿੱਚ ਦੱਸਿਆ ਹੈ, ਸੋ ਤੁਹਾਡੀ ਧਰਤੀ ਧਰਮ ਦਾ ਖੰਡ ਹੈ, ਅਰਥਾਤ ਉੱਥੇ ਹਰ ਪ੍ਰਾਣੀ ਦੇ ਸਿਰ ਕੋਈ ਫਰਜ਼ ਜਾਂ ਧਰਮ ਹੈ। ਬਥੇਰਾ ਜ਼ੋਰ ਲਾਓ ਕਿ ਉਹ ਥਾਂ ਕੁਝ ਹੋਰ ਬਣੇ, ਪਰ ਰਾਜਾ ਤੋਂ ਪਰਜਾ ਤੀਕ ਸਭ ਕਿਸੇ ਦੇ ਸਿਰ ਫਰਜ਼
ਜਾਂ ਧਰਮ ਦਾ ਕਰ ਪਿਆ ਹੈ। ਇਸੇ ਕਰਕੇ ਤੁਹਾਡੀ ਧਰਤੀ ਧਰਮ ਦੀ ਸਾਲ ਹੈ ਔਰ ਫਰਜ਼ਾਂ ਦੇ ਨਿਭਾਅ ਅਰਥਾਤ ਕੀਤੇ ਕਰਮਾਂ ਅਨੁਸਾਰ ਉਹਨਾਂ ਦੀ ਵਿਚਾਰ ਆਉਂਦੀ ਹੈ। ਉਹਨਾਂ ਦੀ ਕਚਿਆਈ ਪਕਿਆਈ ਇੱਥੇ ਹੀ ਪੈਂਦੀ ਹੈ, ਪਰ ਪਤਾ ਅੱਗੇ ਜਾ ਕੇ ਲੱਗਦਾ ਹੈ। ਦੂਸਰਾ, ਧਰਮਖੰਡ ਸਾਡੇ ਲਈ ਧਰਤੀ ਹੈ, ਪਰ ਜਦ ਗਿਆਨ ਵਿੱਚ ਆਉਂਦਾ ਹੈ ਤਾਂ ਕਈ ਕਰਮ ਭੂਮੀਆਂ, ਕਈ ਚੰਦ, ਕਈ ਸੂਰਜ, ਕਈ ਲੋਕ ਤੇ ਉਹਨਾਂ ਵਿੱਚ ਦੇਸ਼ਾਂ ਦਾ ਗਿਆਨ ਆਉਂਦਾ ਹੈ। ਉਸ ਨੂੰ ਲੋਕ ਦੀ ਵਿਸ਼ਾਲਤਾ ਦਿਸਦੀ ਹੈ ਤੇ ਉਸ ਨੂੰ ਗਿਆਨ ਦਾ ਪ੍ਰਕਾਸ਼ ਪੈਂਦਾ ਹੈ ਤੇ ਗਿਆਨ ਤੋਂ ਉਪਜੇ ਆਨੰਦ ਦਾ ਸਵਾਦ ਪੈਂਦਾ ਹੈ, ਜੋ ਇੰਦਰੀ ਰਸਾਂ ਤੋਂ ਬਹੁਤ ਉੱਚਾ ਆਨੰਦ ਹੈ। ਸੋ ਬੇਟਾ, ਜੋ ਧਰਮ ਦੇ ਖੰਡ ਵਿੱਚ ਵਸਦਾ ਹੈ ਉਸ ਨੂੰ ਅਵਸ਼ਯ ਲੋੜ ਹੈ ਕਿ ਸਮਝੇ ਕਿ ਧਰਮ ਕੀ ਹੈ, ਅਰਥਾਤ ਉਸ ਨੂੰ ਆਪਣੇ ਫਰਜ਼ ਜਾਂ ਧਰਮ ਦੇ ਸਮਝਣ ਦੇ ਗਿਆਨ ਦੀ ਲੋੜ ਹੈ। ਸੋ ਜੋ ਆਦਮੀ ਧਰਮ ਅਧਰਮ ਦਾ ਗਿਆਤਾ ਹੋ ਜਾਂਦਾ ਹੈ, ਉਹ ਵਿਸ਼ਵ ਦੀ ਅਨੰਤਾਈ ਦਾ ਗਿਆਤਾ ਹੋ ਜਾਂਦਾ ਹੈ। ਫਿਰ ਉਸ ਨੂੰ ਸਮਝ ਪੈਂਦੀ ਹੈ ਕਿ ਨਿਰੇ ਸ਼ੁਭ ਕਰਮਾਂ ਨਾਲ ਛੁਟਕਾਰਾ ਨਹੀਂ, ਇਸ ਤੋਂ ਅੱਗੇ ਕੁਝ ਹੋਰ ਹੈ, ਜਿਸ ਨਾਲ ਕਿ ਕਈ ਕਾਨ, ਮਹੇਸ਼, ਬ੍ਰਹਮੇ, ਧਰੂ, ਸਿੱਧ, ਬੁੱਧ, ਨਾਥ, ਦੇਵੀ, ਦੇਵ, ਦਾਨਵ, ਮੁਨੀ ਆਦਿ ਗਿਆਨ ਪਾ ਪਾ ਕੇ ਉੱਚੇ ਉੱਠੇ ਹਨ। ਇਸ ਤਰ੍ਹਾਂ ਕਰਮ ਤੋਂ ਅੱਗੇ ਮੈਂ ਸੁਰਤੀ ਸੇਵਕ ਬਣਨਾ ਹੈ, ਅਰਥਾਤ ਸੁਰਤ ਨਾਲ ਵਾਹਿਗੁਰੂ ਵੱਲ ਆਪਣੇ ਮਨ ਮੰਡਲ ਨੂੰ ਲਗਾਉਣਾ ਹੈ। ਉਹ ਫਿਰ ਸੁਰਤ ਨੂੰ ਰੱਬ ਵਿੱਚ ਜੋੜਦਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਆਨੰਦ ਵੇਖਦਾ ਹੈ। ਇਸ ਲਈ ਉਸ ਨੂੰ ਵਾਹਿਗੁਰੂ ਦੇ ਸਿਮਰਨ ਦਾ ਰਸਤਾ ਲੱਭਦਾ ਹੈ, ਅਰਥਾਤ ਫਿਰ ਉਹ ਸਮਝਦਾ ਹੈ ਕਿ ਵਾਹੋ ਵਾਹੋ ਪਰਮ ਧਰਮ ਹੈ। ਸੋ ਬੇਟਾ, ਜਿਸ ਨੂੰ ਇਹ ਗਿਆਨ ਹੋ ਗਿਆ ਉਹ ਗਿਆਨ ਖੰਡ ਵਿੱਚ ਆ ਗਿਆ। ਨਾਮ ਅਭਿਆਸ ਕਰਦਾ ਹੈ ਕਿ ਸੁਰਤ ਸਾਈਂ ਵਿੱਚ ਲੱਗੀ ਰਹੇ। ਤੀਸਰਾ, ਨਾਮ ਜਪਦਾ ਆਦਮੀ ਨਾਮ ਦੇ ਰਸ ਤੇ ਸੁੰਦਰਤਾ ਦੀ ਪ੍ਰਤੀਤੀ ਵਿੱਚ ਚਲਾ ਜਾਂਦਾ ਹੈ। ਅੰਤਰ ਆਤਮੇ ਉਜਲਤਾ, ਸੁੰਦਰਤਾ ਤੇ ਰਸ ਦਾ ਅਨੁਭਵ ਇਹ ਪ੍ਰਾਪਤੀ ਸੁਰਤੀ ਸੇਵਕ ਨੂੰ ਹੋ ਜਾਂਦਾ ਹੈ। ਉੱਥੇ ਸੁਰਤ ਮਤ ਮਨ ਬੁੱਧ ਦੀ ਸੋਝੀ ਪੈਂਦੀ ਹੈ, ਪਰ ਇਸ ਤੋਂ ਅੱਗੇ ਇੱਕ ਹੋਰ ਤਰੱਕੀ ਹੁੰਦੀ ਹੈ ਕਿ ਉਸ ਨੂੰ ਸੁਧ ਜਾਂ ਸਿੱਧ ਪ੍ਰਾਪਤ ਹੁੰਦੀ ਹੈ। ਇਹ ਉਹ ਬੁੱਧੀ ਹੈ ਜੋ ਦੇਵਤਿਆਂ ਅਰ ਸਿੱਧ ਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਸੁੱਤੇ ਬੁੱਧੀ ਹੈ, ਇਸ ਨਾਲ ਬਿਨਾਂ ਕਾਰਨ ਕਾਰਜ ਜਾਣੇ ਦੇ ਸੋਝੀ ਪੈਣ ਲੱਗ ਜਾਂਦੀ ਹੈ। ਮਨ ਤੇ ਬੁੱਧੀ ਤਾਂ ਜਗਤ ਵਿੱਚ ਕੰਮ ਕਰਨ ਲਈ ਜੀਵ ਦੇ ਮਦਦਗਾਰ ਹਨ, ਪ੍ਰਵਿਰਤੀ ਮਾਰਗ ਦੇ ਸੰਦ ਹਨ, ਪਰ ਸਿੱਧ ਜਾਂ ਸੁਧ ਆਪੇ ਨੂੰ ਇਕਾਗਰ ਕਰਕੇ ਵਾਹਿਗੁਰੂ ਵੱਲ ਲੈ ਜਾਣ ਦਾ ਸੰਦ ਹੈ। ਅਸਲ ਵਿੱਚ ਇਹੋ ਬੁੱਧੀ ਹੈ ਜੋ ਪਰਮਾਤਮਾ ਨੂੰ ਮੇਲਦੀ ਹੈ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਮਰਦਾਨੇ ਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਸੀ ਕਿ ਵਾਹਿਗੁਰੂ ਬੁੱਧੀ ਨਾਲ ਮਿਲਦਾ ਹੈ, ਤਾਂ ਸਤਿਗੁਰੂ ਜੀ ਨੇ ਫਰਮਾਇਆ ਸੀ ਕਿ ਮਰਦਾਨਿਆਂ, ਇਹ ਬੁੱਧ ਮਰ ਕੇ ਇੱਕ ਹੋਰ ਬੁੱਧੀ ਉਤਪਤ ਹੁੰਦੀ ਹੈ ਜੋ ਮੇਲਣਹਾਰ ਬੁੱਧੀ ਹੈ। ਉਹ ਬੁੱਧੀ ਇਹੋ ਸੀ ਜੋ ਸਤਿਗੁਰੂ ਜੀ ਨੇ ਇੱਥੇ ਸੁਧ ਕਰਕੇ ਦੱਸੀ ਹੈ। ਸੋ ਇਸ ਅਵਸਥਾ ਵਿੱਚ ਜੀਵ ਖੁਸ਼ੀ ਰਸ ਉਮਾਹਾ ਵਿੱਚ ਪਹੁੰਚਦਾ ਹੈ। ਅੰਤਰ ਆਤਮੇ ਤਾਂ ਜਗਿਆਸੂ ਸਰਮਖੰਡ ਵਿੱਚ ਇਉਂ ਹੈ, ਪਰ ਬਾਹਰ ਉਹ ਸ਼ਰਮ ਅਰਥਾਤ ਮਿਹਨਤ ਮੁਸ਼ੱਕਤ ਕਾਲ ਵਿੱਚ ਵੀ ਹੈ, ਕਿਉਂਕਿ ਉਹ ਧਰਮਖੰਡ ਦੇ ਧਰਮ ਵੀ ਪਾਲ ਰਿਹਾ ਹੈ ਤੇ ਗਿਆਨ ਖੰਡ ਦੀ ਵਿਚਾਰ ਦਾ ਤਾਣ ਵੀ ਸਾਰਾ ਲਾ ਕੇ ਨਾਮ ਜਪ ਰਿਹਾ ਹੈ। ਸੋ ਉਹ ਪ੍ਰਤੀਤੀ ਵਿੱਚ ਤਾਂ ਰਸ ਤੇ ਖੁਸ਼ੀ ਵਿੱਚ ਰਹਿੰਦਾ ਹੈ, ਪਰ ਅਮਲ ਵਿੱਚ ਨੇਕੀ ਤੇ ਨਾਮ ਦੇ ਯਤਨ ਵਿੱਚ ਹੋਣ ਕਰਕੇ ਕਾਲ ਯਾਨੀ ਸ਼ਰਮ ਵਿੱਚ ਵੀ ਰਹਿੰਦਾ ਹੈ। ਇਸੇ ਕਰਕੇ ਸਤਿਗੁਰ ਨੇ ਇਸ ਖੰਡ ਦਾ ਨਾਮ ਸਰਮਖੰਡ ਰੱਖਿਆ ਹੈ। ਧਰਮੀ ਪੁਰਖ ਧਰਮਖੰਡ ਵਿੱਚ ਹੈ, ਨਾਮੀ ਪੁਰਖ ਗਿਆਨ ਖੰਡ ਵਿੱਚ ਹੈ, ਨਾਮ ਰਸੀਆ ਸਰਮਖੰਡ ਵਿੱਚ ਹੈ। ਅੱਗੇ ਫਿਰ ਕਰਮਖੰਡ ਹੈ, ਮਿਹਰ ਦਾ, ਫਜ਼ਲ ਦਾ, ਰੱਬ ਦੇ ਤਰੁੱਠਣ ਦਾ ਟਿਕਾਣਾ। ਸਰਮਖੰਡ ਦਾ ਜਗਿਆਸੂ ਸਿਮਰਨ ਰਸ ਵਿੱਚ ਲਿਵ ਲਾਉਂਦਾ ਦੇਸ਼ ਕਾਲ ਦੀ ਅਖੀਰਲੀ ਹੱਦ ਤੇ ਅਪੜ ਜਾਂਦਾ ਹੈ।
ਇੱਥੋਂ ਤੱਕ ਘਾਲ ਲੈ ਆਉਂਦੀ ਹੈ। ਅੱਗੋਂ ਫੇਰ ਅਕਾਲ ਤੇ ਆਦੇਸ਼ ਵਿੱਚ ਜਾਂ ਲਾਮਕਾਨ ਦੇ ਟਿਕਾਣੇ ਵਿੱਚ ਜਾਂ ਨਿਰੰਕਾਰ ਅਕਾਲ ਪੁਰਖ ਜੋਤੀ ਸਰੂਪ ਦੇ ਅਪਾਰ ਦੇਸ਼ ਵਿੱਚ ਜਾਣੇ ਲਈ ਉਸ ਦੇਸ਼ੋਂ ਹੀ ਕੁਝ ਕਰਿਸ਼ਮਾ ਹੁੰਦਾ ਹੈ ਜੋ ਅੱਗੇ ਲੈ ਜਾਂਦਾ ਹੈ। ਇਹ ਮਿਹਰ ਹੈ, ਫਜ਼ਲ ਹੈ, ਕਰਮ ਹੈ। ਹੁਣ ਇਸ ਅਵਸਥਾ ਵਿੱਚ ਜੋ ਕੋਈ ਪ੍ਰਾਪਤ ਹੋਇਆ ਹੈ ਉਹ ਕਿਸੇ ਅਣਹੋਂਦ ਵਿੱਚ ਜਾਂ ਢਿੱਲ ਮੱਠ ਵਿੱਚ ਨਹੀਂ ਗਿਆ। ਉਸ ਦਾ ਆਪਾ ਹਉ ਛੱਡਦਾ ਮਰ ਨਹੀਂ ਗਿਆ, ਪਰ ਸਾਈਂ ਨਾਲ ਇਕਸੁਰ ਹੋ ਗਿਆ ਹੈ। ਹੁਣ ਉਹ ਰੱਬੀ ਜ਼ੋਰ, ਰੱਬੀ ਤਾਣ ਦਾ ਸਾਂਝੀਵਾਲ ਹੋ ਗਿਆ ਹੈ। ਵਾਹਿਗੁਰੂ ਦਾ ਆਤਮ ਬਲ ਉਸ ਦਾ ਬਲ ਹੋ ਰਿਹਾ ਹੈ। ਉਹ ਉਸ ਨੂੰ ਨਿਰਾ ਆਪਾ ਹੀ ਨਹੀਂ ਦਿਸਦਾ, ਪਰ ਅਨੇਕਾਂ ਲੋਕਾਂ ਦੇ ਭਗਤ, ਬ੍ਰਹਮਣ ਤੇ ਹੋਰ ਤਬਕੇ ਤੋਂ ਬਖਸ਼ੇ ਗਏ ਲੋਕ ਮਿਲਦੇ ਹਨ, ਜਿਨ੍ਹਾਂ ਦੇ ਅੰਦਰ ਸੱਚੇ ਵਾਹਿਗੁਰੂ ਦਾ ਨਿਵਾਸ ਹੈ, ਜੋ ਨਿਵਾਸ ਕੇ ਅਭੇਦ ਹੋ ਗਿਆ ਹੈ। ਆਤਮ ਮੰਡਲ ਦੇ ਮਹਾਬਲੀ, ਸੂਰਮੇ, ਸੁੰਦਰਤਾਈਆਂ ਅਤੇ ਜਲਾਲ ਉੱਥੇ ਵਸਦੇ ਹਨ। ਇਸ ਅਵਸਥਾ ਨੂੰ ਪਹੁੰਚਿਆ ਹੋਇਆਂ ਨੂੰ ਜਨਮ ਮਰਨ ਤੇ ਮਾਇਆ ਦਾ ਮੋਹਣੀ ਮੰਤਰ ਅਸਰ ਕਰਨੋਂ ਰਹਿ ਚੁੱਕਦਾ ਹੈ। ਨਾ ਉਹ ਮਰੈ ਨਾ ਠਾਗੇ ਜਾਏ। ਉਹ ਜੋ ਸ਼ਰਮਖੰਡ ਵਿੱਚ ਨਾਮ ਰਸਿਆ ਸੀ, ਹੁਣ ਨਾਮੀ ਨੂੰ ਪ੍ਰਾਪਤ ਹੋ ਕੇ ਉਸ ਦੇ ਮਿਲਾਪ ਦਾ ਅਕਹਿ ਰਸ ਮਾਣ ਰਿਹਾ ਹੈ। ਉਸ ਦੇ ਅੰਦਰ ਜੋ ਸੱਚ ਸੀ ਸੋ ਹੁਣ ਸੱਚਾ ਹੋ ਗਿਆ ਹੈ। ਨਾਮ ਨਾਮੀ ਹੋ ਕੇ ਨਿਰੰਤਰ ਮੇਲ ਹੋ ਗਿਆ ਹੈ। ਸੋ ਉਸ ਦੀ ਸਮਝ ਹੁਣ ਜਾਣਦੀ ਹੈ ਕਿ ਹੁਣ ਮੇਰੀ ਘਾਲ ਕੇਵਲ ਸੁੰਦਰੀ ਸਖੀ ਇਹ ਹਮਰੀ ਘਾਲ ਪ੍ਰਭ ਆਪ ਸਿਗਾਰ ਸਵਾਰਨ ਹਾਰ ਮੁਜਬ ਰੱਬ ਦੀ ਮਿਹਰ ਹੈ। ਉਸ ਦੀ ਸਮਝ ਹੁਣ ਕਰਮ ਖੰਡ ਵਿੱਚ ਹੈ, ਅਰਥਾਤ ਉਹ ਇਸ ਰਸ ਭਰੀ ਵਾਹ ਦੇ ਲਗਾਤਾਰ ਪ੍ਰਵਾਹ ਨੂੰ, ਨਾਮ ਦੇ ਅੰਦਰ ਨਿਵਾਸ ਨੂੰ, ਰਸ ਨੂੰ, ਆਨੰਦ ਨੂੰ ਕਰਮ ਜਾਂ ਫਜ਼ਲ ਜਾਂ ਮਿਹਰ ਸਮਝਦਾ ਹੈ। ਉਸ ਦੇ ਅੰਦਰ ਹੁਣ ਇੱਕ ਵਾਹਦਤ ਦਾ ਦਰਿਆ ਵਗਦਾ ਹੈ, ਜਿਕੂ ਤੇਰੀ ਵਾਹ ਹੁਣ ਤੈਨੂੰ ਰਸ ਦੇ ਰਹੀ ਹੈ ਔਰ ਨਿਰਯਤਨ ਚੱਲ ਰਹੀ ਹੈ। ਤੂੰ ਆਨੰਦ ਵਿੱਚ ਹੈ, ਉਮਾਹਾ ਵਿੱਚ ਹੈ, ਸਿਦਕ ਵਿੱਚ ਹੈ, ਖੇੜੇ ਵਿੱਚ ਹੈ ਔਰ ਸਮਝ ਰਿਹਾ ਹੈ ਕਿ ਮੇਰਾ ਕੀਤਾ ਕੁਛ ਨਹੀਂ ਹੋਇਆ, ਇਹ ਨਿਰੀ ਮਿਹਰ ਹੀ ਮਿਹਰ ਹੈ। ਹੁਣ ਤੇਰੇ ਅੰਦਰ ਹਉ ਦੀ ਟੇਕ ਨਹੀਂ ਰਹੀ, ਕੇਵਲ ਮਿਹਰ ਦੀ ਟੇਕ ਤੇ ਮਿਹਰ ਦਾ ਆਸਰਾ ਹੋ ਗਿਆ ਹੈ। ਇਹ ਤੂੰ ਹੁਣ ਕਰਮ ਖੰਡ ਵਿੱਚ ਹੈ, ਸਾਈਂ ਦੇ ਫਜ਼ਲ ਵਿੱਚ ਹੈ। ਪੰਜਵਾਂ, ਜਦੋਂ ਸਾਈਂ ਦੀ ਮਿਹਰ ਨਦਰ ਵਿੱਚ ਪਲਟ ਜਾਂਦੀ ਹੈ, ਜਦੋਂ ਕਰਮ ਨਾਲ ਰਸ ਵਿੱਚ ਸਿਮਰਨ ਕਰਨ ਵਾਲਾ ਪਰਮੇਸ਼ਰ ਦੇ ਰੂਪ ਵਿੱਚ ਪਰਮੇਸ਼ਰ ਦੀ ਨਦਰ ਨਾਲ ਮਿਲਾਪ ਪੂਰਾ ਪ੍ਰਾਪਤ ਕਰ ਲੈਂਦਾ ਹੈ, ਤਾਂ ਫਿਰ ਅੱਗੋਂ ਦੀ ਕਥਾ ਕਹਿਣੀ ਕਠਿਨ ਹੈ। ਅੱਗੇ ਸੱਚਖੰਡ ਹੈ, ਉੱਥੇ ਨਿਰੰਕਾਰ ਦਾ ਵਾਸਾ ਹੈ। ਨਦਰ ਤੇ ਮਿਹਰ ਤੇ ਆਨੰਦ ਉੱਥੇ ਪਸਰ ਰਿਹਾ ਹੈ। ਇਹ ਤਾਂ ਜਗਿਆਸੂ ਦੀ ਪ੍ਰਤੀਤੀ ਹੁੰਦੀ ਹੈ ਤੇ ਅਮਲ ਉਸ ਦਾ ਹੁਕਮ ਅਨੁਸਾਰ ਕਿਰਿਆ ਕਰਨੀ ਹੁੰਦੀ ਹੈ। ਤਦੋਂ ਸਮਝ ਦੂਈ ਵਿੱਚ ਨਹੀਂ ਹੁੰਦੀ, ਕੇਵਲ ਸਤ ਸਰੂਪ ਵਾਹਿਗੁਰੂ ਦੀ ਹੈ ਵਿੱਚ ਰਸ ਰੂਪ ਲੀਨਤਾ ਵਿੱਚ ਹੁੰਦੀ ਹੈ। ਪਿਆਰੇ ਪ੍ਰੀਤਮ ਦੇ ਪ੍ਰੇਮ ਸਰੂਪ ਵਿੱਚ ਪ੍ਰੇਮ ਰੂਪ ਏਕਤਾ ਪ੍ਰਾਪਤ ਹੁੰਦੀ ਹੈ। ਦੂਜੇ ਪਦਾਂ ਵਿੱਚ ਜੀਵ ਤੱਤ ਬ੍ਰਹਮ ਤੱਤ ਦੇ ਮੇਲ ਵਿੱਚ ਚਲਾ ਜਾਂਦਾ ਹੈ। ਰਸੀਆ, ਅੰਮਾ ਜੀ, ਮੈਂ ਪਹਿਲੇ ਤਾਂ ਖੰਡ ਸਮਝਦਾ ਹੀ ਨਹੀਂ ਸਾਂ। ਆਮ ਗਿਆਨੀ ਇਹਨਾਂ ਦੇ ਅਰਥ ਕਾਂਡ ਕਰਦੇ ਹਨ, ਤ੍ਰੈ ਕਾਂਡ, ਕਰਮ ਕਾਂਡ, ਉਪਾਸਨਾ ਕਾਂਡ ਤੇ ਗਿਆਨ ਕਾਂਡ। ਇਹ ਖੰਡਾਂ ਦੀ ਸੋਝੀ ਤਾਂ ਰਾਣਾ ਸੂਰਤ ਸਿੰਘ ਪੜ੍ਹ ਕੇ ਪਈ ਸੀ ਕਿ ਜਗਤ ਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਲੋਕ ਪਰਲੋਕ ਦੀ ਸੋਝੀ ਲਈ ਇਹ ਲਿਖੇ ਹਨ। ਅੱਜ ਪਤਾ ਬਹੁਤ ਸਾਫ਼ ਲੱਗਾ ਕਿ ਇਹ ਸਾਡੀਆਂ ਆਤਮ ਅਵਸਥਾ ਹਨ ਤੇ ਖੰਡ ਵਿੱਚ ਵੀ ਤੇ ਬ੍ਰਹਿਮੰਡ ਵਿੱਚ ਵੀ ਇਹ ਦਰਜੇ ਹਨ ਤੇ ਅਵਸਥਾ ਵੀ ਤੇ ਅਰੂਪੀ ਟਿਕਾਣੇ ਵੀ। ਅੰਮਾ, ਬੱਚਾ ਸੁਖ ਦੇ ਰਸਤੇ ਪਿਆ ਕਰੋ। ਫੋਕੇ ਹਿਸਾਬਾਂ ਤੇ ਵਹਿਮਾਂ ਵਿੱਚ ਕੀ ਹੈ? ਆਪਣਾ ਫਰਜ਼ ਪਛਾਣੋ, ਸ਼ੁਭ ਕਰਮ ਤੇ ਨੇਕੀ ਸਿੱਖੋ, ਜੋ ਧਰਮ ਸਮਝੋ ਉਸ ਪਰ ਟੁਰੋ। ਸਭ ਤੋਂ ਵੱਡਾ ਧਰਮ ਨਾਮ ਹੈ, ਉਸ ਪਰ ਟੁਰੋ। ਟੁਰਦਿਆਂ ਪੁਰ ਸਾਹੀਂ ਮਿਹਰ ਕਰਦਾ ਹੈ ਤਾਂ ਕਾਲ ਮਨਜ਼ੂਰ ਹੁੰਦੀ ਹੈ।
ਜਿਨ੍ਹਾਂ ਪਰ ਨਜ਼ਰ ਹੋ ਜਾਂਦੀ ਹੈ ਉਹਨਾਂ ਨੂੰ ਸਤ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੋ ਤੁਹਾਡਾ ਧਰਮ ਹੈ ਲੱਗੇ ਰਹਿਣਾ, ਲੱਗੇ ਰਿਹਾ ਕਰੋ। ਰਸੀਆ। ਅੰਮਾ ਕਾਹਦੇ ਵਿੱਚ? ਅੰਮਾ ਨਾਮ ਵਿੱਚ। ਰਸੀਆ। ਅੰਮਾ ਜੀ ਇਹ ਨਾਮ ਕੀ ਸ਼ੈ ਹੈ? ਅੰਮਾ ਬੱਚਾ ਇਹ ਪ੍ਰੇਮ ਹੈ। ਸਿਮਰਨ ਹੀ ਪ੍ਰੀਤਮ ਦੇ ਪ੍ਰੇਮ ਦਾ ਵਿਦਿਤ ਸਰੂਪ ਹੈ। ਜੋ ਆਪਣੇ ਪਿਆਰੇ ਨੂੰ ਯਾਦ ਕਰਦਾ ਹੈ ਉਸ ਦੇ ਅੰਦਰ ਪ੍ਰੇਮ ਹੁੰਦਾ ਹੈ। ਪ੍ਰੇਮ ਵਾਲਾ ਪਿਆਰੇ ਨੂੰ ਭੁੱਲ ਨਹੀਂ ਸਕਦਾ। ਇਸੇ ਤਰ੍ਹਾਂ ਸਦਾ ਯਾਦ ਰੱਖਣ ਵਾਲਾ ਪ੍ਰੇਮ ਵਿੱਚ ਵਸਦਾ ਹੈ। ਨਾਮ ਜਪਣ ਵੇਲੇ ਸਾਈਂ ਵਿੱਚ ਪਿਆਰ ਭਾਵਨਾ ਚਾਹੀਏ। ਰਸੀਆ। ਠੀਕ ਜੀਓ। ਅੰਮਾ ਇਹ ਕਰਤੱਵ ਦੀ ਵਿਦਿਆ ਹੈ, ਕਥਨੀ ਫੋਕੀ ਸ਼ੈ ਹੈ। ਇਉਂ ਕਹਿ ਕੇ ਉੱਥੋਂ ਇੱਕ ਵਾਹਿਗੁਰੂ ਦੀ ਰਸ ਭਰੀ ਗੂੰਜ ਉੱਠੀ ਤੇ ਸਾਰਾ ਕੁਝ ਲੋਪ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।